मक्खी से फसल को बहुत ज़्यादा फायदा है। कीटनाशक नहीं लगते फूल से। कहीं हम राजस्थान भी जाते हैं, यूपी जाते हैं या कहीं भी जाते हैं, कई किसान ऐसे भी मिल जाते हैं तो कहता है कि भाई मेरा फूल जो है चूस रहा है, उसमें फसल नहीं होगा। तो ऐसा कुछ नहीं है कि फसल नहीं होगा, वो बहुत बढ़िया ही फसल होगा। शायद पाजी जने ओरिजिनल होगा तो पानी के गिलास से पाऊंगे शायद तो नहीं खुलूगा, प्योर शायद जो होगा नहीं खुलूगा। जो मान लो ओरिजिनल नहीं होगा वो खुल जूगा। के मन दे विच ਤੁਹਾਡੇ ਆਏ ਵੀ ਇਹ ਤੁਸੀਂ ਨੇ ਇਹ ਬੀ ਫਾਰਮਿੰਗ ਕਰਨੀ। भाजी असी पहले जॉब करते सी किसी को, ठीक है, फिर हौली हौली काम सीखा, फिर आप दी डब्बे लेता, फिर शुरू किया। ਸਤਿ ਸ਼੍ਰੀ ਅਕਾਲ ਜੀ, ਸਾਡੇ ਪਿੰਡ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਆ, ਆਪਾਂ ਨਵੇਂ ਮੁੱਦਿਆਂ ਤੇ ਨਵੀਆਂ ਵੀਡੀਓਸ ਲੈ ਕੇ ਆਉਂਦੇ ਰਹਿੰਦੇ। ਸਾਡਾ ਜਿਹੜਾ ਮੇਨ ਮੋਟਿਵ ਆ ਵੀ ਜਿਹੜਾ ਅੱਜ ਦਾ ਪੰਜਾਬ ਦੇ ਵਿੱਚ ਨੌਜਵਾਨ ਆ, ਜਿਹੜਾ ਵਿਹਲਾ ਰਹਿ ਕੇ ਜਿਹੜੀ ਆਪਣੀ ਲਾਈਫ ਆ ਉਹਨੂੰ ਇੱਕ ਤਰ੍ਹਾਂ ਦਾ ਖਤਮ ਕਰ ਰਿਹਾ, ਉਜਾੜ ਰਿਹਾ। ਜਿਹੜਾ ਪੰਜਾਬ ਦੇ ਵਿੱਚ ਸੰਗ ਦਾ ਮਾਰਾ ਜਾਂ ਜੱਕ ਦਾ ਮਾਰਾ ਕਹਿ ਲਓ, ਕੰਮ ਨਹੀਂ ਕਰਨਾ ਚਾਹੁੰਦਾ, ਸਾਰੇ ਨੇੜੇ ਬਾਹਰ ਨੂੰ ਭੱਜ ਰਹੇ ਨੇ। ਤੇ ਉਹਨਾਂ ਦੇ ਲਈ ਆਪਾਂ ਨਵੀਂ ਵੀਡੀਓਸ ਲੈ ਕੇ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਕੋਲ ਅੱਜ ਵੀ। ਤੇ ਜਿਹੜੀ ਅੱਜ ਦੀ ਵੀਡੀਓ ਆ ਇਹ ਹੈਗੀ ਬੀ ਫਾਰਮਿੰਗ ਲਈ, ਮਧੂ ਮੱਖੀ ਪਾਲਣਾ ਜਾਂ ਕਹਿ ਲਓ ਵੀ ਸ਼ਹਿਦ ਦੀ ਜੋ ਵੀ ਭਰਵਾਈ ਹੋਣੀ। ਤੇ ਉਹਦੇ ਰਿਗਾਰਡਿੰਗ ਇੱਥੋਂ ਗੁਜ਼ਰ ਰਿਹਾ ਸੀ ਤੇ ਬਾਈ ਹੁਣਾਂ ਦਾ ਕੈਂਪ ਲੱਗਿਆ ਹੋਇਆ, ਇਹਨਾਂ ਦਾ ਬੀ ਫਾਰਮਿੰਗ ਇੱਥੇ ਸਟਾਰਟ ਕੀਤਾ ਹੋਇਆ। ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜਾ ਇਹਦੇ ਲਈ ਆਪਾਂ ਨੂੰ ਬੀ ਫਾਰਮਿੰਗ ਲਈ ਲੋੜਵੰਦੀਆਂ ਚੀਜ਼ਾਂ ਕੀ ਨੇ, ਕੀ ਕਠਿਨਾਈਆਂ ਆਉਂਦੀਆਂ ਨੇ। ਆਜੋ ਬਾਈ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਵੀਰੇ? ਹੋਰ ਠੀਕ ਹੋ ਜੀ? ਵਧੀਆ। ਤੇ ਵੀਰ ਜੀ ਪਹਿਲਾਂ ਤਾਂ ਆਪਾਂ ਨੂੰ ਐਂ ਦੱਸੋ ਵੀ ਜਿੱਦਾਂ ਤੁਸੀਂ ਬੀ ਫਾਰਮਿੰਗ ਸ਼ੁਰੂ ਕੀਤੀ ਹੋਈ ਆ, ਇਹ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਜਿਹੜੀ ਬੀ ਫਾਰਮਿੰਗ ਮੱਖੀ ਪਾਲਣ ਦਾ ਸ਼ੁਰੂ ਕੀਤਾ ਹੋਇਆ ਕੰਮ? 10 ਸਾਲ ਹੋ ਗਏ ਭਾਜੀ। 10 ਸਾਲ ਹੋ ਗਏ। ਤੇ ਜਿੱਦਾਂ ਹੁਣ ਤੁਸੀਂ ਕਹਿ ਲਓ ਵੀ ਤੁਸੀਂ ਇਹ ਕਦੋਂ ਕਿੱਥੋਂ ਮੰਨ ਲਓ ਵੀ ਸ਼ੁਰੂ ਕੀਤਾ, ਵੀ ਕਿਵੇਂ ਮਨ ਦੇ ਵਿੱਚ ਤੁਹਾਡੇ ਆਏ ਵੀ ਇਹ ਤੁਸੀਂ ਨੇ ਇਹ ਬੀ ਫਾਰਮਿੰਗ ਕਰਨੀ ਆ? भाजी असी पहले जॉब करते सी किसी को, ठीक है, फिर हौली हौली काम सीखा, फिर आप दी डब्बे लेता, फिर शुरू किया काम, ठीक है। तो फिर जिवें हुण ऑक्सीजन है इत्थे छां च रखी है मक्खी, हुण सीजन दे विच उधर राजस्थान ले जावांगे कोटे कन्नी सरों च, फिर उहदे बाद फिर इधर हिमाचल ले जावांगे मल्टी फ्लोरा ते, तो उहदे बाद फिर इधर ही लावांगे सूरजमुखी ते छां च, क्योंकि उहदे बाद फिर मान लो उधर रेवाड़ी लेके जाने, हरेक किते जाने असी। सारे साल वधिया इनकम हुंदा सी भाजी, एतकी थोड़ा जिहा लॉस हो गया, ठीक है, मार्केट थोड़ा डाउन हो गया। एक चैनी तो सिरप होंदी है, शायद तो मिक्सिंग करदे हो एक्सपोर्टर ने खरीदे हो, बाकी मिक्स करके इस करके इहदा रेट थोड़ा डाउन है, एतकी थोड़ा जिहा हालात मारे है। ਤੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਜਿਹੜੀ ਤੁਸੀਂ ਇਹ 10 ਸਾਲ ਹੋ ਗਏ ਤਕਰੀਬਨ ਤੁਹਾਨੂੰ ਬੀ ਫਾਰਮਿੰਗ ਸ਼ੁਰੂ ਕੀਤਿਆਂ ਨੂੰ, ਤੇ ਜਿੱਦਾਂ ਪਹਿਲਾਂ ਤੁਸੀਂ ਜੌਬ ਕਰਦੇ ਸੀਗੇ, ਤੇ ਤੁਹਾਡਾ ਇਰਾਦਾ ਕਿਵੇਂ ਹੋਇਆ ਵੀ ਜਿਹੜੀ ਤੁਸੀਂ ਆਪਦੀ ਜੌਬ ਛੱਡ ਕੇ ਇਹ ਕੰਮ ਸ਼ੁਰੂ करना? पहले भाजी जॉब करते फिर देखा बढ़िया इनकम है, फिर आप दे डब्बे लेते थोड़े 10-15 डब्बे लेता, फिर हौली हौली काम बढ़ाई गया तो हुण बढ़िया है, बढ़िया चली जाता। फिर चलो आगे देखते हैं डब्बे च दिखाऊंगा। ਜਿਹੜੀ ਤੁਹਾਡੀ ਪਹਿਲਾਂ ਜੌਬ ਸੀ ਇਹ ਬੀ ਫਾਰਮਿੰਗ ਦੇ ਰਿਗਾਰਡਿੰਗ ਸੀ? ਸਾਹਮਣੇ ਹੋ ਜਾਈ ਮਾੜਾ ਜਿਹਾ ਕੈਮਰਾਮੈਨ ਸਾਹਿਬ, ਇਹ ਬੀ ਫਾਰਮਿੰਗ ਦੇ ਰਿਗਾਰਡਿੰਗ ਸੀਗੀ ਆਪਣੀ ਜੌਬ ਜਿਹੜੀ ਪਹਿਲਾਂ ਸੀ ਇਹ? ਹਾਂਜੀ ਹਾਂਜੀ ਠੀਕ ਆ। ਤੇ ਹੁਣ ਇਹਦੇ ਵਿੱਚ ਸਾਨੂੰ ਐਂ ਦੱਸੋ ਵੀ ਜਿਵੇਂ ਹੁਣ ਨਵੇਂ ਮੁੰਡੇ ਸ਼ੁਰੂ ਕਰਨਾ ਚਾਹੁੰਦੇ ਨੇ ਇਹ ਕੰਮ, ਉਹਦੇ ਲਈ ਕਰਨ ਲਈ ਕੀ ਚਾਹੀਦਾ, ਕੀ ਨੌਲੇਜ ਹੋਣੀ ਚਾਹੀਦੀ ਹੈ? पहले भाजी ट्रेनिंग लेना पऊगा, किसी को सीखना पऊगा, ठीक है, 2-4 महीने सीख के फिर डब्बे लेना पऊगा। ऐ नहीं डब्बे दी कोले भी रहना पऊगा, आग भी लगदे इहदे विच, मान लो चोरी भी हो जांदे ये। हाँ जी, इहदे मान लो निगरानी रखनी पैंदी है। हाँ इन्हां छड्ड के भज जाओ पिंड, आपे नहीं चलदा। ऑक्सीजन च फीड भी पाउणी पैंदी इहदे विच, फीड नहीं पावांगे ये मर जूगा। हाँ जी, मेडिसन भी पाउणा पैंदा इहदे विच, ਇਹਦੇ ਵਿੱਚ ਫੀਡ ਵੀ ਪੈਂਦੀ ਆ, ਮੈਡੀਸਨ ਵੀ ਪੈਂਦੀ ਹੈ ਇਹਦੇ ਵਿੱਚ? ਹਾਂਜੀ। ਬਾਕੀ ਗਰਮੀ 'ਚ ਛਾਂ 'ਚ ਵੀ ਰੱਖਣਾ ਪੈਂਦਾ ਇਹਨੂੰ। ਜਾਨ ਕਿ ਇਹ ਜਿਹੜਾ ਮਖਿਆਲ ਆ ਜਿਹੜਾ ਤੁਸੀਂ ਹਨੀ ਵੀ ਕਰਦੇ ਹੋ, ਇਹ ਛਾਂ ਦੇ ਵਿੱਚ ਰੱਖਣਾ ਪੈਂਦਾ, ਧੁੱਪ ਦੇ ਵਿੱਚ ਨਹੀਂ ਹੁੰਦਾ? ਨਹੀਂ, ਸਿਆਲ 'ਚ ਧੁੱਪੇ ਰੱਖਾਂਗੇ, ਗਰਮੀ 'ਚ ਛਾਂ 'ਚ ਰੱਖਾਂਗੇ ਜੀ। ਤੇ ਜਿੱਦਾਂ ਹੁਣ ਇੱਥੇ ਸੂਰਜਮੁਖੀ ਲੱਗੀ ਹੋਈ ਹੈ, ਇੱਧਰ ਆਪਣੇ ਸੂਰਜਮੁਖੀ ਦੀ ਖੇਤੀ ਹੋ ਰਹੀ ਆ, ਤੇ ਹੁਣ ਤੁਸੀਂ ਕਿਹਾ ਵੀ ਜਿਹੜਾ ਪੰਜਾਬ ਦੇ ਵਿੱਚ ਹੁਣ ਸੂਰਜਮੁਖੀ ਦਾ ਜਿਹੜਾ ਜ਼ਿਆਦਾ ਚੱਲ ਰਿਹਾ, ਇਹ ਜਿਹੜਾ ਸ਼ਹਿਦ ਇਕੱਠਾ ਕਰਨੇ ਨੇ ਸਿਰਫ ਸੂਰਜਮੁਖੀ ਦੇ ਫੁੱਲ ਤੋਂ ਹੀ ਇਕੱਠਾ ਕਰਨਾ? ਹਾਂਜੀ ਹਾਂਜੀ, ਸੂਰਜਮੁਖੀ ਦੇ ਫੁੱਲ ਤੋਂ ਹੀ ਇਕੱਠਾ ਕਰੂਗਾ। ਤੇ ਜਿਹੜਾ ਹੁਣ ਮੰਨ ਕੇ ਚਲੋ ਤੁਸੀਂ ਕਿਹਾ ਵੀ ਰਾਜਸਥਾਨ ਵੀ ਜਾਂਦੇ ਹੋ, ਹਿਮਾਚਲ ਵੀ ਜਾਂਦੇ ਹੋ, ਤੇ ਜਿਹੜਾ ਰਾਜਸਥਾਨ ਕਿਹੜੇ ਮੌਸਮ ਦੇ ਵਿੱਚ ਜਾਂਦੇ ਹੋ? सितंबर ਦੇ ਵਿੱਚ ਜਾਂਦੇ ਆ, ਲਾਸਟ ਸਿਤੰਬਰ ਨੂੰ। ਉਧਰ ਮੰਨ ਲਓ ਕਿੱਕਰ ਲਾਉਣੇ, ਫਿਰ ਉਹਦੇ ਬਾਅਦ ਸਰੋਂ ਉਧਰ ਹੀ ਹੁੰਦੀ ਹੈ, ਫਿਰ ਉਧਰ ਫਰਵਰੀ 'ਚ ਇੱਧਰ ਆ ਜਾਂਦੇ ਆਪਣੇ, ਉਧਰ ਫਿਰ ਟੈਂਪਰੇਚਰ ਵੱਧ ਜਾਂਦਾ ਹੈ, ਇੱਧਰ ਆਪਣੇ ਸੀਜ਼ਨ ਚਾਲੂ ਹੁੰਦਾ ਹੈ ਉਸ ਟਾਈਮ। ਤੇ ਹਿਮਾਚਲ ਦੇ ਵਿੱਚ ਕਿਹੜੇ ਸੀਜ਼ਨ ਜਾਂਦੇ ਹੋ ਫਿਰ? ਕਿੰਨੇ ਮਹੀਨੇ ਹਿਮਾਚਲ ਦੇ ਵਿੱਚ ਹੁੰਦੇ ਨੇ? 1 ਮਹੀਨੇ ਲੱਗਦੇ ਆ ਭਾਜੀ ਉਧਰ। ਕਿਹੜਾ ਮਹੀਨਾ ਹੁੰਦਾ ਉਹ ਜਾਂਦੇ ਲਾਸਟ ਮਾਰਚ ਨੂੰ ਜਾਂਦੇ ਉਧਰ, ਫਿਰ ਅਪ੍ਰੈਲ ਨੂੰ ਇੱਧਰ ਆ ਜਾਂਦੇ ਆ। ਤੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਤੁਹਾਨੂੰ ਲੈ ਕੇ ਜਾਣਾ ਪੈਂਦਾ ਜਾਂ ਪੰਜਾਬ ਦੇ ਵਿੱਚ ਜਾਂ
ਰਾਜਸਥਾਨ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ, ਤੇ ਫਿਰ ਜਿਹੜਾ ਤੁਹਾਡਾ ਆਹ ਗੱਡੀ ਦਾ ਜਿਹਦੇ ਵਿੱਚ ਡੱਬੇ ਜਾਂਦੇ ਨੇ ਉਹਦਾ ਫਿਰ ਕਿਰਾਇਆ ਕਰੂਆ ਉਹ ਵੀ ਤੁਹਾਨੂੰ ਕਾਫੀ ਪੈਂਦਾ ਹੋਣਾ ਹਨਾ? ਹਾਂਜੀ ਹਾਂਜੀ ਵੀਰੇ ਕਾਫੀ ਪੈਂਦਾ ਹੈ, एक गड्डी का लगता है। ਕਿੰਨਾ 1 ਸਾਲ ਦਾ? 1 साल का 1.25 लाख रुपए कट्टो कट पै जाना, सारे से मुड़ के आ जाना फिर पंजाब ਅੱਛਾ से। 1 ਸਾਲ ਜਾਨੀ ਕਿ 1.25 ਲੱਖ ਰੁਪਏ ਜਿਹੜਾ ਇਹਨਾਂ ਦਾ ਹੈਗਾ ਵੀ ट्रांसपोर्ट ਦਾ ਪੈ ਜਾਂਦਾ ਖਰਚਾ ਹੈ ਨਾ? ट्रांसपोर्ट ਦਾ ਖਰਚਾ ਤੁਹਾਡਾ? खर्चा है, लेबर खर्चा, अप्पा खर्चा है, सारे खर्चा बिच रेट बढ़िया मिल गया तो इसमें बचत है। फिर सरकार को भी चाहिए थोड़ा माया बी फार्म वाले को देखने वास्ते सरकार भी ध्यान देना चाहिए जरा। इस बार रेट बहुत कट रेट रहा, इतना कट रेट पे बी फार्म वाले तो कुछ मिलना नहीं, खर्चा भी पूरा नहीं होना, तो इस वास्ते सरकार ने भी ध्यान देना चाहिए। और बाकी परेशानी भी बहुत है, जंगल बीच रहना पड़ना और लोगों को अभी सुनना पड़ता, साढ़े पास से हर एक जैसे बंदा मिलता है, कुछ सही भी मिलता है कुछ गलत भी मिलता है, वो भी सुनना पड़ता। तो ऐसी परेशानी भी आती है, परेशानी को भी झेलना पड़ता है, सारे कुछ इस बीच दिक्कतें आती। ਜਿੱਦਾਂ ਵੀ ਹੁਣ ਆ ਜਿਹੜਾ ਮਖਿਆਲ ਦਾ ਤੁਹਾਡਾ ਡੱਬਾ ਰੱਖਿਆ ਹੋਇਆ ਇਹਦੇ ਵਿੱਚ ਕਿੰਨੇ ਕਿਲੋ ਮਖਿਆਲ ਆ ਜਿਹੜਾ ਹਨੀ ਤਿਆਰ ਹੁੰਦਾ? एक गजाल से भाजी मान लो 25 किलो की पहले औसत होंदा सी, ਇਹਦੀ ਕੀ ਆਇਆ ਹੀ ਨਹੀਂ 25 किलो ਦਾ ਔਸਤ मान लो ਆਉਂਦੀ ਆ ਸਾਲ ਦੀ। ਯਾਨੀ ਕਿ ਇੱਕ ਡੱਬੇ ਦੇ ਵਿੱਚ ਸਾਲ ਦਾ 25 ਕਿਲੋ ਹਨੀ ਤਿਆਰ ਹੋ ਜਾਂਦਾ, ਨਿਕਲ ਜਾਂਦਾ। ਹਾਂਜੀ ਹਾਂਜੀ। ਤੇ ਜਿੱਦਾਂ ਇਹਨੂੰ ਤੁਸੀਂ ਇਹਦੇ ਵਿੱਚੋਂ ਨਿਚੋੜਦੇ ਹੋ, ਹਨੀ ਕੱਢਦੇ ਹੋ, ਉਹ ਕਿੰਨੇ ਟਾਈਮ ਬਾਅਦ ਡੱਬੇ ਦੇ ਵਿੱਚੋਂ ਕੱਢਣਾ ਪੈਂਦਾ? ਉਹ ਮੌਸਮ पे डिपेंड है भाजी, फुल ते मौसम पे डिपेंड है। आई नहीं मान लो हुण फुल तो हैगा, मीह आ गया, नेरी आ गया, मौसम सही नहीं रहा, शायद नहीं निकलूगा। ਨਹੀਂ ਤਕਰੀਬਨ ਫਿਰ ਵੀ ਹੁਣ ਮੰਨ ਕੇ ਚੱਲੋ ਜਿੱਦਾਂ ਹੁਣ ਤੁਸੀਂ ਪੰਜਾਬ ਦੇ ਵਿੱਚੋਂ ਇੱਥੇ ਆਏ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪੰਜਾਬ 'ਚ? ਇੱਥੇ 10 दिन होया ਇੱਥੇ लाई है मक्खी। शहद का कोई लिमिट नहीं है सर, जो सरों पे हम जाते हैं राजस्थान से तो सरों पे हफ्ते दिन पे निकल जानी होती है, इतने तो टाइम लग जाने, इतने का कोई भरोसा नहीं है कि 15 दिन में निकल जाओ ना भी निकलो, ये कोई गारंटी इतने पंजाब से नहीं है। पहाड़ से भी हफ्ते पे निकल जाने होते, लेकिन पहाड़ से भी इस बार बारिश होने की वजह से बूंद भी नहीं निकला, कोई बंदा निकाल लिया, कोई बंदा तो बूंद भी नहीं निकला, खर्चा भी नहीं पूरा हुआ, कहीं आने जाने का भी औखा है। और शहद निकलूगा बिकूगा पैसे कहाँ आना, और तो कोई है नहीं इसमें, कोई ज़्यादा वो इनकम तो और अलग है नहीं। रेट ना है, रेट भी ना मिलना। पिछले साल तो शहद का रेट था, व्यापारी और बीज जा रहा था पास से शहद ले आ रहा था, इस बार तो व्यापारी भी पूछने भी नहीं गया कि हाँ भाई शहद, सारा भी फ़ोन करना पड़ता था कि भाई शहद निकाल लिया, शहद ले जाओ, रेट रूट कुछ है ही नहीं। तो इस बार कुछ मज़ेदार वाली बात नहीं आया, विक्की पर वाले बहुत बुरा हाल चल रहा है इस बार। जैसे कि आपने बताया भी जैसे फसलों में नुकसान हो जाता है उसी तरह से इसमें भी लॉस होता है ना? इसमें भी बहुत ज़्यादा मीह पै गया तो ज़्यादा किसान से भी ज़्यादा लॉस होना होता है। जैसे किसान को आलू हो गया खराब हो गया, कोल्ड से जगह नहीं मिलता, जाके छीटना पड़ता, वही हाल ही मक्खी वाले का है कि कचरा के भाव भी नहीं बिकता है, इससे ज़्यादा महंगा, शहद से ज़्यादा महंगा कचरा बिक जाता है कई बार, लेकिन शहद में वो रेट नहीं आता है। तो सरकार भी बिल्कुल ध्यान दे नहीं रहा इस पे, तो सरकार को भी चाहिए था थोड़ा ध्यान देने के लिए, बी फार्म वाले। फिर बाकी सरकारी जगह में रखो तो सरकारी मुझे मुलाजिम भी परेशान करने आता कि भाई यहाँ पे किससे पूछ के रखा, मेरे उसमें आ जाओ, ऑफिस में आ जाओ, मेरे से मिलो, सारे पास से हर एक परेशानी है। ये परेशानी को झेलते हुए हम लोग जी रहे हैं जंगल से और कर रहे हैं काम, बस चल रहा है। जैसे आपने बताया, जैसे आपने जहाँ पे डब्बे रखे हैं, जो किसान का खेत है साथ में वो मोटर है, आपको जहाँ पे रखने के लिए कुछ पेमेंट करनी पड़ती है या नहीं? नहीं अभी नहीं करनी पड़ती है। यहाँ पे पेमेंट नहीं करते। जैसे ये सुआ वाले हैं, सुआ पे जो चौकीदार लगा हुआ है वो आता है, भाई मेरे ऑफिस में आके मिलो, सुए पे रखे हो मेरे, हालांकि उसको कोई दिक्कत नहीं है। जब यहाँ लोकल बंदे को कोई दिक्कत नहीं है तो उसको, चौकीदार को तो कोई दिक्कत होनी नहीं चाहिए, पर उसको भी चाहिए खर्चा पानी, इसलिए आते हैं परेशान करने के लिए, यही सब परेशानी है। तो ऑफिस भी जाना पड़ेगा, अभी टाइम दिया हूँ उसको भी, ऑफिस में मिलने के लिए बुला रहे हैं तो उसके लिए वहाँ जाना है, और यही सब दिक्कत है। जितना खेत वाले लोकल बंदा परेशान नहीं करता, उतना तो सरकारी मुलाजिम परेशान करता है। बाकी फसल को बहुत फायदा है भाजी, मक्खी से फसल को बहुत ज्यादा फायदा है, कीटनाशक नहीं लगते फूल से। ये पर पराग करता है, मक्खियाँ जो है पर पराग करता है। जैसे एक फसल, जैसे ये सूरजमुखी का फूल है तो एक किसी पे फूल नहीं लगना होता है तो ये इस पे से पर पराग करके उस पे भी जो है ना उसका कन्वर्ट करता है। तो जो कहते हैं ना कि एक तरह से बांझ, उस पर तरह से जो कोई फसल होता है तो उसको मक्खियाँ जो है उसको बराबर करता है फसल। तो
ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਜਿੱਦਾਂ ਸੂਰਜਮੁਖੀ ਲੱਗੀ ਹੋਈ ਆ, ਜੇ ਆਪਣੇ ਹਨੀ ਬੀ ਦੀ ਨਾਲ ਫਾਰਮਿੰਗ ਹੋਊਗੀ ਤਾਂ ਸੂरजमुखी ਦੇ ਵਿੱਚ ਵਾਧਾ ਹੋਊਗਾ, है ना, नुकसान नहीं होगा फसल का। कोई नुकसान नहीं है सर, चाहे सूरजमुखी हो, चाहे सरसों का फूल हो, या कोई सा भी फूल के जो भी हो, उस पर नुकसान नहीं होता। कोई कहीं हम राजस्थान भी जाते हैं, यूपी जाते हैं, या कहीं भी जाते हैं, कई किसान ऐसे भी मिल जाते हैं तो कहता है कि भाई मेरा फूल जो है चूस रहा है, उसमें फसल नहीं होगा। तो ऐसा कुछ नहीं है कि फसल नहीं होगा, वो बहुत बढ़िया ही फसल होगा। ਜਿੱਦਾਂ ਹੁਣ ਇਹਦੇ ਨਾਲ ਦੱਸਿਆ ਬਾਈ ਨੇ ਵੀ ਇਹਦੇ ਨਾਲ ਬੀ ਫਾਰਮਿੰਗ ਹੁੰਦੀ ਆ, ਵੀ ਫਸਲ ਵਧੀਆ ਹੁੰਦੀ ਆ, ਜ਼ਿਆਦਾ ਨੁਕਸਾਨਦਾਇਕ ਨਹੀਂ ਹੁੰਦਾ ਤੇ ਉਹਦੇ ਨਾਲ ਗਰੋਥ ਹੁੰਦੀ ਆ ਤੇ ਜੋ ਵੀ ਇਹਦੇ ਵਿੱਚ ਬੀਜ ਦਾ ਵਾਧਾ ਸੂਰਜਮੁਖੀ ਦਾ ਉਹ ਵੀ ਹੋਊਗਾ, ਜਾਂ ਕੀਟਨਾਸ਼ਕ ਨਹੀਂ ਲੱਗੂਗਾ ਨਾ। ਹਾਂਜੀ, ਜੋ ਬੰਦੇ ਸਮਝਦਾਰ ਹੈ ਭਾਜੀ, ਜਿਵੇਂ ਅਸੀਂ ਸ਼ਿਮਲੇ ਕੁੱਲੂ ਮਨਾਲੀ ਵੀ ਡੱਬੇ ਲਾਉਂਦੇ ਸੀ ਸੇਬ ਤੇ, ਉਹ ਆਪ ਗੱਡੀ ਦਾ ਕਿਰਾਇਆ ਦਿੰਦੇ ਬਾਗ ਵਾਲੇ, ਉਹਦੀ ਕੁਆਲਿਟੀ ਵਧੀਆ ਹੁੰਦੀ ਹੈ ਸੇਬ ਦੀ, ਕੀਟਨਾਸ਼ਕ ਨਹੀਂ ਲੱਗਦੀ ਹੈ। 1200 रुपये डब्बे मगर, एक डब्बे मगर 1200 रुपये ਦਿੰਦੀ ਹੈ ਉਹ ਬਾਗ ਵਾਲੇ, ਉਹ ਲੋਕ ਸਮਝਦਾਰ ਹੁੰਦੇ ਆ। ਬਾਕੀ ਜੋ ਸਮਝਦਾਰ ਨਹੀਂ ਹੁੰਦੇ ਉਹ ਤਾਂ ਕਹਿੰਦਾ ਕਿ ਖਾ ਜਾਂਦਾ ਫੁੱਲ। ਉਧਰ ਇਹ ਲੋਕ ਗੱਡੀ ਦੀ ਗੱਡੀ ਉਧਰ ਮੰਗਾਈ ਜਾਂਦੇ, ਸੇਬ ਤੇ ਮੱਖੀ ਲਾਈ ਜਾਂਦੇ ਅਸੀਂ। ਜਿੱਦਾਂ ਇਹ ਸੇਬ ਦੇ ਫੁੱਲ ਤੁਸੀਂ ਦੱਸਿਆ ਵੀ ਸੇਬ ਦੇ ਦਰਖਤ ਤੋਂ ਵੀ ਹਨੀ ਤਿਆਰ ਹੁੰਦਾ। हनी तैयार नहीं होता, ਉਹਦਾ क्वालिटी बनता भाजी बढ़िया, क्वालिटी बनाता है बढ़िया, सेब का क्वालिटी बढ़िया बनाता है, उसमें जैसे कीड़ा लगना नहीं होता है, तो सेब का क्वालिटी बढ़िया आता है, फुल बढ़िया क्वालिटी आता है। ये इसी वजह से सेब का जो बाग लगाता है वो बंदा मेरे से 1000 रुपये 900 1100 जिसको जैसे उस हिसाब से देता है मक्खी वाले को, पर वहाँ शहद नहीं बनाता, इसलिए थोड़ा दूर पड़ता है। बहुत बंदा जाता है भी जिसको कॉन्टेक्ट है, बहुत नहीं भी जाते, हम लोग नहीं जाते, इधर ही रहते हैं। नुकसान हो जाता है इसलिए जाते नहीं भाजी, कम जाते हैं, मक्खी का नुकसान होता है उधर। ਜਿਹੜਾ ਮੱਖੀ ਮਧੂ ਮੱਖੀ ਸ਼ਹਿਦ ਇਕੱਠਾ ਕਰਦੀ ਆ, ਇਹ ਕਿਹੜੇ ਕਿਹੜੇ ਫੁੱਲ ਹੁੰਦੇ ਨੇ ਜਿਨ੍ਹਾਂ ਤੋਂ ਇਹ ਸ਼ਹਿਦ ਜਿਹੜੀ ਕਲੈਕਸ਼ਨ ਹੁੰਦੀ ਹੈ ਸ਼ਹਿਦ ਦੀ? ਮੇਨ तो सरसों हो गया भाजी, दूजी नंबर टाली सफेदा हो गया, तीजी नंबर ਤੇ सनफ्लावर ਹੁੰਦੀ सूरजमुखी। ਇੱਥੇ ਤਾਂ ਬਹੁਤ ਘੱਟ ਨਿਕਲਦਾ, ਪਹਿਲੇ ਤਾਂ ਬਹੁਤ ਜ਼ਿਆਦਾ ਹੁੰਦੇ ਸੀ, ਹੁਣ ਤੋਂ ਬਹੁਤ ਘੱਟ ਗਏ, ਹੁਣ ਨਿਕਲਦਾ ਹੀ ਨਹੀਂ ਮੰਨ ਲਓ, बस खान ਨੂੰ बहुत ਹੁੰਦਾ। कहने का मतलब है एक साल में साढ़ा 4 महीने का सीजन होता है, वो 4 महीने में जितना निकल गया वो है, नहीं निकला वो भी मौसम पे सारा, कभी ओला पड़ गया, बर्फ जम गया, मतलब सारे पास से कोई भी परेशानी या मक्खियां वाले को नुकसान ही है। तो ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜੇ ਸਭ ਤੋਂ ਬੈਸਟ ਜਿਹੜਾ ਸ਼ਹਿਦ ਹੁੰਦਾ ਉਹ ਕਿਹੜੇ ਫੁੱਲ ਦਾ ਹੁੰਦਾ, ਜਿਹੜਾ ਸਭ ਤੋਂ ਵਧੀਆ ਕੁਆਲਿਟੀ ਦਾ ਸ਼ਹਿਦ ਜਿਹੜਾ ਆਪਾਂ ਕਹਿੰਦੇ ਘਰ ਦੇ ਵਿੱਚ ਵਰਤਣਾ ਚਾਹੀਦਾ, ਉਹ ਕਿਹੜਾ ਹੁੰਦਾ? वो शहद सबसे बढ़िया शहद सरसों फूल का होता है, वो ग्लूकोज का मात्रा ज़्यादा होता है, वो सरसों का शहद जो होता है घी जैसे होता है जम जाता है वैसे जमता है। तो अपने कंट्री इंडिया में उसको कोई वैल्यू नहीं देता, जबकि सबसे बढ़िया शहद है वो विदेश जाता, तो अपने यहाँ कोई उसका वैल्यू नहीं था। अपने यहाँ लिक्विड का माल जो पहाड़ पे निकलता है, टाली सफ़ेदा, इसका ये अपने यहाँ ज़्यादा वैल्यू है। ਜਿੱਦਾਂ ਸਰੋਂ ਦਾ ਦੱਸਿਆ ਵੀ ਜਿਹੜਾ ਸਰੋਂ ਦੇ ਫੁੱਲ ਤੋਂ ਮੱਖੀ ਸ਼ਹਿਦ ਤਿਆਰ ਕਰਦੀ ਆ ਉਹ ਸਭ ਤੋਂ ਵਧੀਆ ਕੁਆਲਿਟੀ ਦਾ ਸ਼ਹਿਦ ਹੁੰਦਾ, ਤੇ ਉਹਦੇ ਜਿਹੜਾ ਟੇਸਟ ਹੁੰਦਾ ਆਪਾਂ ਸਰੋਂ ਦੇ ਫੁੱਲ ਤੋਂ ਮੱਖੀ ਤਿਆਰ ਕਰਦੀ ਆ, ਉਹ ਟੇਸਟ ਦਾ ਸ਼ਹਿਦ ਦਾ ਕੋਈ डिफरेंस ਹੁੰਦਾ कुछ? होता है कि खाने में भी स्वादिष्ट है, बाकी उसका जो है शुगर भी थोड़ा कट होता। ਜਿੱਦਾਂ ਕਿ ਸ਼ਹਿਦ ਤੁਸੀਂ ਦੱਸਿਆ, ਤੇ ਜਿਹੜੇ ਲੋਕ ਪਿੰਡਾਂ 'ਚ ਵੇਚਦੇ ਹੁੰਦੇ ਨੇ ਸ਼ਹਿਦ, ਉਹਦੀ ਕੀ ਪਹਿਚਾਣ ਕਰ ਸਕਦੇ ਨੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਹੈਗਾ ਵੀ ਸ਼ਹਿਦ ਅਸਲੀ ਕਿਹੜਾ ਹੁੰਦਾ, ਉਹਦੀ ਕੀ ਪਹਿਚਾਣ ਹੁੰਦੀ ਹੈ? शायद भाजी जिमें ओरिजिनल होगा तो पानी के गिलास से पाओगे शायद तो नहीं कुल्लूगा, प्योर शायद जो होगा कुलूगा नहीं, नहीं कुलदा जी। जो मान लो ओरिजिनल नहीं होगा वो कुल जूगा, जिमें जो लिक्विड माल है वो तो मिलावट भी हो जाता है। जो मोस्टेड हनी है सरों का भाजी, जो बाहरली कंट्री जाता है वो प्योर वधिया शायद होंदा है, उस मिलावट भी नहीं होंदा। बाकी अपने इंडिया 'च वो लोग खाते नहीं, उन्होंने खंड समझते हैं जो वधिया शायद है। जो मान लो जहर है, जो एक चीनी तो सिरप मिलता है वो लिक्विड 'च मिल जाता है, वो अपना इंडिया वो खाते हैं, जिमें डावर वाले सारे मिक्स करते हैं चीनी तो सिरप जो होंगे भाजी, वो बाकी मेन शायद वधिया तो वही होंदा है मोस्टेड, उस मिक्स नहीं होंदा कोई चीज़ भाजी। ਤੇ ਜਿੱਦਾਂ ਹੁਣ ਇਹ ਜਿਹੜਾ ਆਪਣਾ ਦੱਸਿਆ ਡੱਬੇ ਦੇ ਵਿੱਚ, ਇਹਦੇ ਵਿੱਚ ਕਿੰਨੇ ਛੱਤੇ ਲੱਗ ਜਾਂਦੇ ਨੇਗੇ? ਇਹ ਦਿਖਾ ਦਿਓ ਵੀ ਕਿੰਨੇ ਛੱਤੇ ਲੱਗਦੇ ਨੇ। ਅੱਛਾ, ਇਹ 10 ਛੱਤੇ ਲੱਗ ਜਾਂਦੇ ਨੇ ਇਹਦੇ ਵਿੱਚ, ਤੇ ਇਹ ਜਸਟ ਕੱਲੀ ਕੱਲੀ ਜਾਲੀ ਚੱਕ ਕੇ ਕੱਢਣੀ ਪੈਂਦੀ ਆ? ਹਾਂਜੀ, ਕੱਢਣੀ ਪੈਂਦੀ ਹੈ। ਤੇ ਇੱਕ ਦੇ ਵਿੱਚ ਕਿੰਨਾ ਤਕਰੀਬਨ ਕਿੰਨਾ ਮਖਿਆਲ ਤਿਆਰ ਹੋ ਜਾਂਦਾ ਹਨੀ? ਮਖਿਆਲ ਭਾਜੀ ਇੱਕ ਡੱਬੇ 'ਚ 2 ਕਿਲੋ ਮੰਨ ਲਓ ਤੁਸੀਂ, 2 ਕਿਲੋ ਹੁੰਦੇ ਆ ਲਗਭਗ। ਓਕੇ, ਇਹ ਮੜੇ ਕੱਢ ਕੇ ਦਿਖਾ ਸਕਦੇ ਹੋ ਸਾਨੂੰ ਬਾਹਰ?
ਦਿਖਾ ਦਾਂਗੇ ਭਾਜੀ। ਬਸ ਚਾਹੇ ਥੋੜਾ ਕੱਢ ਦਿਓ। ਓਕੇ, ਜਿੱਦਾਂ ਹੁਣ ਇਹਦੇ ਵਿੱਚ ਤੁਸੀਂ ਮੱਖੀ ਬਹਿੰਦੀ ਹੈ, ਇਹਦੇ ਵਿੱਚ ਕੁਝ ਜਿੱਦਾਂ ਕਹਿੰਦੇ ਨੇ ਵੀ ਇਹਦੇ ਵਿੱਚ ਚੀਨੀ ਵਗੈਰਾ ਡਾਲ ਦਿੰਦੇ, ਕੁਝ ਉਦਾਂ ਨਹੀਂ ਪੈਂਦਾ? ਇਹਦੇ ਵਿੱਚ चीनी ऐसे नहीं पाया जाता, ये शहद ਪਾ ਕੇ ये शहद है जो थल्ले जो दूगा है बच्चे वो दूसरा का। ਓਕੇ, ਤੇ ਇਹ ਹਜੇ ਖਾਲੀ ਆ ਇਹ? ਖਾਲੀ तो शहद ही था बाकी खाली। ये इतने ये बच्चा है, ये ऊपर ऊपर शहद बढ़ता। ਅੱਛਾ, ਆ ਨੀਚੇ ਬੱਚੇ ਆ ਗਏ, नीचे ਉੱਪਰ ਸ਼ਹਿਦ ਆ ਇਹ। हाँ, ਇਹ ਮੱਖੀ ਦੀ ਵੀ ਨਸਲ ਹੁੰਦੀ ਆ? मक्खियाँ की नस्ल होती है, एक होती है काम करने वाली मक्खियाँ, वो जरा ये काम करता मक्खियाँ है। एक रानी मक्खियाँ होते हैं जरा काम है अंडे बच्चे देना। ਇਹ ਕਿਹੜੀ ਕਿਹੜੀ ਕਿਸਮ ਹੁੰਦੀ ਆ ਮੱਖੀ ਦੀ ਇਹ? इसमें 3 किस्म की मक्खियाँ होती हैं। ਅੱਛਾ, ਇਹ ਵੀ ਤਿੰਨ ਕਿਸਮ ਦੀ ਹੁੰਦੀ ਹੈ? ये बीच 3 किस्म की होती है। ਕਿਹੜੀ ਕਿਹੜੀ ਕਿਸਮ ਆ ਇਹਦੇ ਵਿੱਚ ਹੁਣ? ਆ ਤਾਂ ਫੀਲਡ ਵਰਕਰ ਹੈ ਭਾਜੀ ਸਾਰੇ। ਹਾਂਜੀ, ਆ ਵਿੱਚ ਡਰੋਨ ਹੁੰਦੇ ਆ, ਡਰੋਨ ਵੀ ਦਿਖਾ ਦਿੰਨੇ ਆ ਤੁਹਾਨੂੰ। ਡਰੋਨ ਕੱਟ ਹੁੰਦੇ ਆ ਅੱਜ ਕੱਲ, ਆਕਸੀਜਨ ਆ ਗਈ ਨਾ ਭਾਜੀ। ਆ ਮੰਨ ਲਓ ਇਹ 'ਚ ਡਰੋਨ ਤਿਆਰ ਹੋਊਗਾ ਆ ਇੱਥੋਂ। ਇਹਦੇ ਨਾਲ ਮੋਟਾ ਹੁੰਦੀ ਹੈ ਡਰੋਨ ਚ। ਆ ਹੈ ਭਾਜੀ ਡਰੋਨ। ਅੱਛਾ, ਇਹਦਾ ਮੇਨ ਕੰਮ ਕੀ ਹੁੰਦਾ? ਜਿਹੜਾ ਡਰੋਨ ਹੁੰਦਾ ਇਹਦਾ ਮੇਨ ਕੰਮ ਕੀ ਹੁੰਦਾ? ਉਹ ਰਾਣੀ ਦੇ ਨਾਲ। ਓਕੇ, ਇਹਨਾਂ ਨੇ ਬੱਚੇ ਪੈਦਾ ਡਰੋਨ ਤੇ ਰਾਣੀ ਨੇ ਕਰਨੇ ਹੁੰਦੇ ਆ। ਤੇ ਤਕਰੀਬਨ ਇਹਦੇ ਵਿੱਚ ਜਿਹੜਾ ਸ਼ਹਿਦ ਉਹ 25 ਕਿਲੋ ਤਿਆਰ ਹੋ ਜਾਂਦਾ ਜਦੋਂ ਫੁੱਲ ਹੁੰਦਾ, ਵਧੀਆ ਸੀਜ਼ਨ ਹੁੰਦਾ। पूरे साल एक बार में ਆ ਰਾਣੀ ਹੈ ਭਾਜੀ। ਆ ਔਰ ਰਾਣੀ ਆ ਭਈਆ, ਇਹ ਡਰੋਨ ਦੇ ਨਾਲ ਜਾਨੀ ਕਿ ਰਾਣੀ ਨੇ ਦੋਨਾਂ ਨੇ ਬੱਚੇ ਪੈਦਾ ਕਰਨੇ ਹੁੰਦੇ ਇੱਕ ਵਾਰੀ ਕਰਦੇ ਭਾਜੀ, ਸੰਭੋਗੇ ਇੱਕ ਵਾਰੀ ਕਰਦੇ ਆ। ਅੱਛਾ, ਇੱਕ ਵਾਰੀ ਕਰਦੇ ਇੱਕ ਵਾਰੀ ਕਰਦੇ ਆ। ਤਾਂ 4 ਸਾਲ ਏਜ ਹੁੰਦੀ ਹੈ ਰਾਣੀ ਦੀ। ਆ ਫੀਲਡ ਵਰਕਰ ਦੀ 45 ਤੋਂ 60 ਦਿਨ ਤੱਕ ਏਜ ਹੁੰਦੀ ਹੈ ਇਹਦੀ। ਅੱਛਾ, ਰਾਣੀ ਦੀ ਕਿੰਨੀ ਏਜ ਹੁੰਦੀ ਹੈ? 4 ਸਾਲ 4 ਸਾਲ ਤੱਕ ਦੀ ਏਜ ਹੁੰਦੀ ਆ। ਤੇ ਜਿਹੜਾ ਤੁਸੀਂ ਡਰੋਨ ਦੱਸਿਆ ਉਹਦੀ ਕਿੰਨੀ ਏਜ ਹੁੰਦੀ ਆ? ਉਹਦਾ ਵੀ ਬਸ 60 70 ਦਿਨ ਏਜ ਹੁੰਦੀ ਹੈ ਬਸ। ਅੱਛਾ, ਉਹਦੀ ਘੱਟ ਹੁੰਦੀ ਹੈ ਰਾਣੀ ਨਾਲ? ਹਾਂਜੀ ਹਾਂਜੀ, ਠੀਕ ਆ। ਤੇ ਜਿੱਦਾਂ ਹੁਣ ਤੁਸੀਂ ਕਿਹਾ ਵੀ ਤੁਹਾਨੂੰ ਪੰਜਾਬ ਦੇ ਵਿੱਚ ਕਿੰਨੇ 2 ਮਹੀਨੇ ਰਹਿਣੇ ਕਿ 3 ਮਹੀਨੇ ਰਹਿਣੇ ਹੋ? वो डिपेंड कर जाता है मौसम का हिसाब से। जैसे फरवरी से हम पंजाब आ जाते हैं, फरवरी पंजाब आने के बाद अक्टूबर अगस्त 6-7 महीने रहते हैं अक्टूबर में इधर से राजस्थान चले जाएँ। ਅੱਛਾ, 6-7 ਮਹੀਨੇ ਪੰਜਾਬ ਦੇ ਵਿੱਚ, ਫਿਰ ਰਾਜਸਥਾਨ, ਫਿਰ ਉਹਦੀ ਬਾਅਦ ਤੁਸੀਂ ਜਾਂਦੇ ਹੋ ਹਿਮਾਚਲ। ਹਾਂਜੀ ਹਿਮਾਚਲ। ਉਹ ਬੰਦੇ ਦੀ ਹਿੰਮਤ ਚਾਹੀਦਾ ਭਾਜੀ, ਜਿੰਨੇ ਮਰਜੀ ਜਿੰਨੀ ਦੂਰ ਲੈ ਜਾਈਓ ਉਹ ਤਾਂ ਤੁਹਾਡੀ ਮਰਜ਼ੀ ਹੈ। ਗੁਜਰਾਤ ਵੀ ਲੈ ਕੇ ਜਾਂਦੇ ਆ ਲੋਕ। ਹਾਂ, ਤੇ ਜਿੱਦਾਂ ਹੁਣ ਤੁਸੀਂ ਆਹ ਹਨੀ ਸੇਲ ਕਰਦੇ ਹੋ, ਇਹ ਕੁਛ ਜਿੱਦਾਂ ਬਾਹਰ ਐਕਸਪੋਰਟ ਕਰਦੇ ਹੋ ਕਿ ਜਾਂ ਲੋਕਲੀ ਸੇਲ? ਲੈ ਟਰੇਡਰ ਲੈਂਦੇ ਆ ਸਾਤੋਂ। ਅੱਛਾ, ਹਾਂਜੀ, ਟਰੇਡਰ ਫਿਰ ਐਕਸਪੋਰਟਰ ਨੂੰ ਦਿੰਦਾ ਹੈ, ਫਿਰ ਬਾਹਰ ਭੇਜਦਾ ਹੈ ਭਾਜੀ। ਉਹ ਤੁਹਾਨੂੰ ਕੀ ਰੇਟ ਦਿੰਦੇ ਨੇ ਟਰੇਡਰ? ਕੋਈ ਰੇਟ ਨਹੀਂ ਭਾਜੀ, ਇਹਦੀ ਤਾਂ ਕੋਈ ਰੇਟ ही नहीं है, कोई ਫਿਕਸ ਰੇਟ ਲੱਗਣਾ ਚਾਹੀਦਾ ਹੈ ਹੀ ਨਹੀਂ। ਸਰਕਾਰ ਲਾਉਂਦੀ ਇਹਦਾ ਹੀ ਕੋਈ ਨਹੀਂ। ਫਿਕਸ ਰੇਟ ਨਹੀਂ? ਕੋਈ ਫਿਕਸ ਰੇਟ इसका ਨਹੀਂ। रेट ਇਹ ਵੱਧਦਾ ਵੀ ਹੈ ਘਟਦਾ ਵੀ ਹੈ? ਹਾਂਜੀ घटता भी है। ਇਹਦਾ कोई नहीं है आज की रेट होगा कल की रेट होगा, ਇਹਦਾ कोई पता नहीं है। ਜਿਹੜਾ किसान ਦਾ ਫਿਕਸ ਹੈ ਕੋਈ ਫਸਲ ਦਾ, इसका कोई शहद ਦਾ कोई फिक्स रेट नहीं है कि आ रेट ਤੁਹਾਡਾ ਵਿਕੂਗਾ, ਚੀਜ਼ ਵਧੀਆ ਹੋਊਗਾ, ਇਹ ਆ ਰੇਟ ਵਿਕੂਗਾ, ਇਹਦਾ ਕੋਈ ਰੇਟ ਫਿਕਸ ਨਹੀਂ ਹੈ। ਜਿੱਦਾਂ ਬਈ ਨਾਰਮਲ ਫਸਲ ਹੁੰਦੀ ਆ, ਹਨੀ ਦਾ ਵੀ ਰੇਟ ਓਕਣੇ ਵਾਧਾ ਘਟਦਾ ਰਹਿੰਦਾ ਸੀਜ਼ਨ ਦੇ ਮੁਤਾਬਕ, ਜਾਂ ਵਾਧਾ ਜਾਂ ਘਟਾ ਹੋਣਾ ਚਾਹੀਦਾ ਵੀਰੇ, ਸਰਕਾਰ ਨੂੰ ਬੇਨਤੀ ਹੈ, ਕਰਨਾ ਚਾਹੀਦਾ। ਸਹੀ ਗੱਲ ਆ, ਹਾਂਜੀ, ਗੱਲ ਵੀ ਸਹੀ ਆ। ਤੇ ਜਸਟ ਇਹਦੀ ਕੁਆਲਿਟੀ ਵੀ ਡਿਪੈਂਡ ਕਰਦੀ ਜਾਂ ਤੋਂ ਕੋਈ ਜਾਂ ਕੁਆਲਿਟੀ ਜੇ ਵਧੀਆ ਤਾਂ ਵਧੀਆ ਰੇਟ ਮਿਲਦਾ। ਲਾਈਵ ਟੈਸਟ ਹੋਵੇ ਇੰਡੀਆ 'ਚ। ਅੱਛਾ ਜੀ, ਲਾਈਵ ਟੈਸਟ ਹੈ ਹੀ ਨਹੀਂ ਤਾਂ ਹੀ ਪਤਾ ਨਹੀਂ ਲੱਗਦਾ ਭਾਜੀ। फसल कटता काला शायद ओरिजिनल है कि है ही कटने नहीं। बाद मंडी जाता, मंडी पे मोस्टर चेक होता है कि मोस्टर कितना फसल चे, गेहूँ कनक जो जरा भी वो फसल जीरी जो भी है वो चेक होता है। ऐसे इधर भी चेक हो गए, फिर उधर रेट फिक्स होनी चाहिए। आकि इतने बढ़िया क्वालिटी है आ रेट लगूगा, ख़राब क्वालिटी है या बिकूगा नहीं या रेट कट लगूगा। तो बिकीपर वाले में पता रहूगा कि भाई रेट आप सानू मिलूगा। इधर साल भर मेहनत करी जाओ, कोई पता नहीं कि की रेट मिलूगा ना मिलूगा, कोई पता नहीं है कि कल की होगा, ਇਹਦਾ ਕੋਈ ਭਰੋਸਾ ਨਹੀਂ ਹੈ। ਇਹ ਵੀ ਮੌਸਮ ਤੇ ਡਿਪੈਂਡ ਕਰਦੀ ਆ, ਆਮ ਖੇਤੀਆਂ ਵਾਂਗ। ਹਾਂਜੀ, ਮੌਸਮ ਤੇ ਡਿਪੈਂਡ ਹੈ ਇਹਨਾਂ ਦਾ ਵੀ ਬਿਜ਼ਨਸ ਹੈ ਜਿਹੜਾ ਹਨੀ ਬੀ ਦਾ। ਇਹ ਤੇ ਕੋਈ ਸਬਸਿਡੀ ਵਗੈਰਾ ਮਿਲਦੀ ਹੈ ਸਰਕਾਰ ਵੱਲੋਂ? ਕੋਈ ਸਬਸਿਡੀ ਹੁੰਦੀ ਹੈ ਤੇ? ਹਾਂਜੀ ਮਿਲਦੀ ਹੈ। ਉਹਦਾ ਕੀ ਪ੍ਰੋਸੀਜਰ ਹੁੰਦਾ? ਮਿਲਦੀ ਹੈ ਪਰ ਸਾਨੂੰ
पास आते आते वो सब्सिडी तो पता ही नहीं चलता कि सब्सिडी मिल रहा की उन्ना ही खर्चा पे उन्ना खर्चा ही पै ਜਾਂਦਾ। बहुत है। अच्छा, यानी कि सरकार ये सब्सिडी दिंदी जरूर है, पर बीच में आने वाली बहुत है, वो बीच ही रह जाता। साढ़े वास्ते आते आते सारे बीच ही खत्म होता, ਸਾਨੂੰ उतना ही पै जाता जितना का वो मिलता। ਜਾਣੀ ਕਿ ਤੁਸੀਂ ਕਿਹਾ ਵੀ ਜਿੱਦਾਂ ਤੁਸੀਂ ਜਿਹੜਾ ਹਨੀ ਆ ਟਰੇਡਰ ਨੂੰ ਸੇਲ ਕਰਦੇ ਹੋ, ਉਹ ਅੱਗੇ ਆਪਣਾ ਮਾਰਕ ਲਾ ਕੇ ਵੇਚੇ ਜਿੱਦਾਂ ਮਰਜ਼ੀ ਸੇਲ ਕਰੇ। ਹਾਂਜੀ, ਉਹਨੇ ਆਪਦਾ ਘੱਟ ਰੇਟ ਤੇ ਤੁਹਾਤੋਂ ਚੱਕਣਾ, ਉਹਨੇ ਆਪਦਾ ਵਧੀਆ ਰੇਟ ਤੇ ਸੇਲ ਕਰਨਾ। ਹਾਂਜੀ ਹਾਂਜੀ। ਤੁਹਾਡੇ ਤੱਕ ਬਾਕੀ ਉਹ ਪਿਓਰ ਸ਼ਾਇਦ ਵੀ ਨਹੀਂ ਹੁੰਦੇ, ਜਹੜ ਹੁੰਦੇ ਭਾਜੀ। ਇੱਕ ਚੀਨੀ ਤੋਂ ਸਿਰਫ ਮੈਂ ਤੁਹਾਨੂੰ ਦੱਸਿਆ ਸੀ ਪਹਿਲੇ, ਹਾਂਜੀ, ਮਿਕਸ करके वो बेचते हैं फिर वो। अच्छा, वो शायद नहीं होता वो, जो भी शायद खरीदते हैं कोई भी अपना भाई लोकल मधुमक्खी वाला से ही खरीदे, ਉਹਦੇ ਕੋਲ ਹੀ ਸਹੀ ਹੁੰਦਾ ਸ਼ਾਇਦ। ਬਾਈ ਜਿਹਨੇ ਸ਼ਹਿਦ ਲੈਣਾ, ਬਾਈ ਨੇ ਪਹਿਲਾਂ ਹੀ ਦੱਸਿਆ, ਮੈਂਸ਼ਨ ਕੀਤਾ ਵੀ ਜਿਹੜਾ ਡਾਬਰ ਦਾ ਸ਼ਹਿਦ ਆ ਉਹ ਸਾਰਾ ਜੋ ਵੀ ਡਾਬਰ ਜਾਂ ਹੋਰ ਕੰਪਨੀਆਂ ਨੇ ਵੀ ਉਹ ਚੀਨੀ ਪਾ ਕੇ ਵਿੱਚ ਜਿਹੜੀ ਮਿਲਾਵਟ ਕਰਕੇ ਚੀਨੀ ਬਾਕੀ ਸਿਰਪ ਆਉਂਦੀ ਹੈ ਭਾਜੀ 60-70 ਰੁਪਏ 60 ਰੁਪਏ 45 ਰੁਪਏ ਕਿਲੋ ਆਉਂਦੀ ਹੈ ਚੈਨੀ ਤੋਂ। ਆਪਣੇ ਇੰਡੀਆ 'ਚ ਹੁਣ ਬਣਨੇ ਲੱਗ ਗਈ ਉਹ। ਅੱਛਾ, ਸਿਰਫ ਉਹ ਵੀ ਪੈਂਦਾ, ਉਹ ਪਾਉਂਦੇ ਆ। ਅੱਛਾ, ਪਾਉਂਦੇ ਆ ਉਹ। ਤੇ ਜਿਹਨੇ ਵੀ ਸ਼ਹਿਦ ਲੈਣਾ ਲੋਕਲ ਆਪਣੇ ਜਿੱਥੇ ਵੀ ਤੁਹਾਡੇ ਹੁੰਦਾ ਕੋਈ ਮੱਖੀ ਪਾਲਣ ਵਾਲਾ, ਉਹਨਾਂ ਤੋਂ ਲੈ ਲਿਆ ਕਰੋ, ਰੇਟ ਸਿਰ ਵੀ ਮਿਲ ਜਾਂਦਾ ਤੇ ਬਾਕੀ ਤੁਸੀਂ ਡੁਪਲੀਕੇਸੀ ਤੋਂ ਬਚ ਜਾਓਗੇ। ਤੇ ਆਪਾਂ ਤੁਹਾਡਾ ਸ਼ਹਿਦ ਚੈੱਕ ਕਰ ਲੈਣੇ ਇੱਕ ਵਾਰ, ਸ਼ਹਿਦ ਦਾ ਚੈੱਕ ਕਰ ਦੇਣਾ ਦਾ ਵੀ। ਬਾਈ ਆ ਜਾਓ, ਆ ਮਖਿਆਲ ਇਹਨਾਂ ਦਾ, ਤੇ ਇਹ ਤੁਸੀਂ ਆਪ ਤਿਆਰ ਕੀਤਾ ਹੋਇਆ ਹੈ? ਹਾਂਜੀ, ਆਪ ਦਾ ਹੈ ਸਾਡਾ। ਯਾਨੀ ਕਿ ਇਹਦੇ ਵਿੱਚ ਕੋਈ ਮਿਲਾਵਟ ਨਹੀਂ? ਕੋਈ ਮਿਲਾਵਟ ਨਹੀਂ ਹੈ ਭਾਜੀ ਇਹਦੇ ਵਿੱਚ, ਕੋਈ ਚੀਨੀ ਨਹੀਂ, ਕੋਈ ਚੀਨੀ ਨਹੀਂ। ਇਹਦਾ ਤੁਸੀਂ ਜਿੱਦਾਂ ਹੁਣ ਇਹਦੇ ਵਿੱਚ ਕਿੰਨਾ ਇਹ ਹੁੰਦਾ, ਇਹਦੇ ਵਿੱਚ ਕਿੰਨੇ ਗ੍ਰਾਮ ਹੁੰਦਾ? ਇਹਦੇ ਵਿੱਚ ਇਹ ਅੱਧਾ ਕਿਲੋ ਵਾਲੇ ਭਾਜੀ। ਅੱਛਾ, ਅੱਧਾ 500 ਗ੍ਰਾਮ ਹੁੰਦਾ। ਹਾਂਜੀ, ਹਾਂਜੀ। ਇਹ ਤੁਸੀਂ ਜਿੱਦਾਂ ਹੁਣ ਅਸੀਂ ਲੈਣੀ ਹੈ, ਇਹ ਕਿੰਨੇ ਦੀ ਤੁਸੀਂ ਸੇਲ ਕਰੋਗੇ? 220 रुपये। 220 ਰੁਪਏ, ਯਾਨੀ ਕਿ 400 ਰੁਪਏ ਕਿਲੋ ਮੰਨ ਲਓ ਤੁਸੀਂ। ਹਾਂਜੀ ਹਾਂਜੀ, 400 ਰੁਪਏ ਕਿਲੋ ਹੁੰਦਾ ਹਨੀ ਇਹ। ਤੇ ਜਿੱਦਾਂ ਹੁਣ ਤੁਸੀਂ ਟਰੇਡਰ ਨੂੰ ਅੱਗੇ ਸੇਲ ਕਰਦੇ ਹੋ, ਉਹਨੂੰ ਕੀ ਰੇਟ ਦਿੰਦੇ ਹੋ ਫਿਰ ਇਹ? ਉਹ ਤੋਂ ਇਹਦੀ ਭਾਜੀ ਕੋਈ ਰੇਟ ਨਹੀਂ ਲੈਂਦਾ ਉਹ। ਅੱਛਾ, ਕੋਈ ਰੇਟ ਨਹੀਂ ਲੈਂਦਾ ਇਹਦੀ। ਤੇ ਇਹ ਮਖਿਆਲ ਦੀ ਹੁਣ ਜਿੱਦਾਂ ਜੇ ਆਪਾਂ ਇਹਨੂੰ ਪਾਣੀ 'ਚ ਪਾਉਨੇ ਆ, ਹਾਂਜੀ, ਇਹ ਫਿਰ ਜਾਣੀ ਕਿ ਘੁਲੂਗਾ ਨਹੀਂ ਘੁਲਦਾ। ਜਿਹੜਾ ਜਾਲੀ ਮਖਿਆਲ ਹੁੰਦਾ ਉਹ ਘੁਲ ਜਾਊਗਾ, ਉਹ ਘੁਲ ਜਾਊਗਾ ਭਾਜੀ। ਤੇ ਆ ਮਖਿਆਲ ਦੀ ਇਹਦੇ ਕੋਈ ਜਿੱਦਾਂ ਆ ਇਹਦੀ ਵੀ ਕੋਈ ਨਿਸ਼ਾਨੀ ਨਿਸ਼ਾਨੀ? ਹਾਂਜੀ ਹਾਂਜੀ। ਇਹਦਾ ਕੀ ਸਿਸਟਮ ਹੁੰਦਾ? ਇਹ ਤਾਰ ਛੱਡੂਗਾ ਐਦਾਂ? ਹਾਂਜੀ। ਜਿਹੜਾ ਜਾਲੀ ਮਖਿਆਲ ਹੁੰਦਾ ਤਾਰ ਨਹੀਂ ਛੱਡਦਾ? ਨਹੀਂ ਛੱਡਦਾ, ਤਾਰ ਨਹੀਂ ਛੱਡਦਾ। ਅੱਛਾ, ਇਹ ਐਦਾਂ ਤਾਰ ਛੱਡਦਾ ਨਾ? ਹਾਂਜੀ, ਜਿੱਦਾਂ ਚਾਣੀ ਹੁੰਦੀ ਹੈ ਜਿੱਦਾਂ ਹਨਾ, ਉਹ ਸਿਸਟਮ ਹੁੰਦਾ ਇਹਦਾ। ਬਾਕੀ ਇਹ ਸਰੋਂ ਦਾ ਹਣੀ ਹੈ, ਇਹ ਸਿਆਲ 'ਚ ਜੰਮੂਗਾ, ਧੁੱਪੇ ਪਿਘਲੂਗਾ, ਇਹ ਲਿਕਵਿਡ ਬਣ ਜਾਊਗਾ ਭਾਜੀ। ਅੱਛਾ, ਸਿਆਲ 'ਚ ਕਿਉਂ ਵਾਂਗੂ ਜੰਮ ਜਾਂਦਾ ਇਹ, ਜਿੱਦਾਂ ਚੀਨੀ ਚਾਣੀ ਜੰਮਦੀ ਸਿਆਲ 'ਚ ਦਾਣੇ। ਹਾਂਜੀ, ਕਰੀਮ ਹਣੀ ਵੀ ਕਹਿੰਦੇ ਇਹਨੂੰ, ਬਿਲਕੁਲ ਜੰਮ ਜਾਂਦੇ ਇਹ। ਇਹਦੀਆਂ ਵੀ ਕੁਆਲਿਟੀਆਂ ਹੁੰਦੀਆਂ ਨੇ ਹਨੀ? ਹਾਂਜੀ, ਬਹੁਤ ਕੁਆਲਿਟੀ ਹੈ। 2 क्वालिटी है। ਅੱਛਾ, ਇਹ ਦੋ ਕੁਆਲਿਟੀਆਂ ਨੇ ਇਹ? ਹਾਂਜੀ ਹਾਂਜੀ, क्वालिटी है। ਇਹਨਾਂ ਦਾ ਰੰਗ ਦਾ ਵੀ ਫਰਕ ਆ? ਰੰਗ ਫਰਕ ਹੈ ਭਾਜੀ। ਇਹ ਕਿਹੜੀ ਕੁਆਲਿਟੀ ਆ ਇਹ? ये अपना टाली का है। ਇਹ मल्टी फ्लोरा है। ਇਹ मल्टी फ्लोरा है टाली ਦਾ? ये है इसका सफेदा का। अच्छा, और ये है मल्टी का। अच्छा, ਇਹ ਮਲਟੀ ਦਾ। ਇਹਨਾਂ ਦਾ ਕੋਈ ਰੇਟ ਦਾ ਵੀ ਫਰਕ ਹੁੰਦਾ? रेट और कुछ फर्क नहीं। ਅੱਛਾ, ਰੇਟ ਸੇਮ ਹੀ ਹੁੰਦਾ ਇਹਨਾਂ ਯਾਨੀ ਕਿ ਹਨੀ ਦਾ? रेट सेम ही रहते हैं। ਤੇ ਜਿੱਦਾਂ ਹੁਣ ਇੱਕ ਹੁੰਦਾ ਕਟੂਆ ਮੱਖੀ ਹੁੰਦੀ ਹੈ ਹਨਾ, ਮਖਿਆਲ ਵਾਲੀ, ਉਹ ਨਹੀਂ ਤੁਸੀਂ ਉਹ ਵੀ ਪਾਲਦੇ ਹੁੰਦੇ ਹੋ? ਨਹੀਂ, ਉਹ ਨਹੀਂ। वो डब्बे बीच नहीं रहता। ਅੱਛਾ, ਉਹ ਡੱਬੇ 'ਚ ਨਹੀਂ ਰਹਿੰਦਾ, ਉਹ ਜਸਟ ਆਪਦਾ ਛੱਤਾ ਲਾਊ ਉਹ। ਹਾਂਜੀ ਹਾਂਜੀ। ਤੇ ਜਿਹੜੀ ਪਹਾੜਾਂ ਤੇ ਮੱਖੀ ਹੁੰਦੀ ਆ ਉਹ ਕਿਹੜੀ ਹੁੰਦੀ ਆ? ਪਹਾੜੀ ਮਖਿਆਲ ਕਹਿੰਦੇ ਇਹਨੂੰ। ਪਹਾੜੀ ਉਹੀ ਹੁੰਦੇ ਡੋਮਣੇ, ਜੰਗਲ 'ਚ ਦਰਖਤ ਤੇ ਲੱਗਦੇ ਆ, ਉਹ ਪਾਲਤੂ ਨਹੀਂ ਹੁੰਦੇ। ਪਾਲਤੂ ਤਾਂ ਬਸ ਆਹੀ ਹੁੰਦੀ ਹੈ। ਇਹ ਕਿਹੜੀ ਹੁੰਦੀ ਆ ਇਹ? ਇਟਾਲੀਅਨ ਹੁੰਦੀ ਹੈ। ਇਟਾਲੀਅਨ? ਹਾਂਜੀ, ਇਟਾਲੀਅਨ ਹੁੰਦੀ ਆ। ਤੇ ਜਿਹੜਾ ਡੋਮਣਾ ਹੁੰਦਾ ਉਹ ਵੀ ਨਹੀਂ ਆਪਾਂ ਪਾਲ ਸਕਦੇ? ਉਹ ਨਹੀਂ ਪਾਲ ਸਕਦੇ। ਅੱਛਾ, ਇਹ ਇਟਾਲੀਅਨ ਹੀ ਹੁੰਦੀ ਆ। ਤੇ ਜਿਹੜਾ ਉਹਦਾ ਮਖਿਆਲ ਹੁੰਦਾ ਉਹ ਇਹਦੇ ਨਾਲੋਂ ਜ਼ਿਆਦਾ ਵਧੀਆ ਕੁਆਲਿਟੀ ਦਾ ਹੁੰਦਾ? ਸੇਮ ਹੀ ਹੁੰਦਾ ਹੈ ਭਾਜੀ। ਅੱਛਾ, ਮਖਿਆਲ ਸੇਮ ਹੀ ਹੁੰਦਾ ਹੈ। ਠੀਕ, ਉਹਨੇ ਵੀ ਫੁੱਲ ਤੋਂ ਇਕੱਠਾ? ਹਾਂਜੀ ਹਾਂਜੀ ਹਾਂਜੀ, ਉਦਾਂ ਹੁੰਦਾ ਹਨਾ। ਹਾਂਜੀ। ਤੇ ਬਾਕੀ ਤੁਹਾਡਾ ਬਾਈਆਂ ਦਾ ਆਪਾਂ ਨੰਬਰ ਪਾ ਰਹੇ ਆ, ਤੇ ਜਿਹਨੂੰ ਵੀ ਮਖਿਆਲ ਵਗੈਰਾ ਇੱਧਰ ਆ ਜਾਓ, ਜਿਹਨੂੰ ਵੀ ਮਖਿਆਲ ਵਗੈਰਾ ਜਾਂ ਹਨਾ ਬੀ ਫਾਰਮਿੰਗ ਲਈ ਕੋਈ ਵੀ ਇਨਫੋਰਮੇਸ਼ਨ ਦੀ ਲੋੜ ਆ, ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਆਪਣਾ ਨੰਬਰ ਬੋਲ ਦਿਓ ਇੱਕ ਵਾਰ। 7976698681। ਇੱਕ ਵਾਰੀ ਹੋਰ ਬੋਲ ਲਓ। 7976698681 ਆਪਣਾ ਨੰਬਰ ਹੈ ਜੀ, ਕੰਟੈਕਟ ਕਰ ਸਕਦੇ ਹੋ। ਤੇ ਤੁਹਾਡਾ ਮੇਨ ਕੋਈ ਦੁਕਾਨ ਵਗੈਰਾ ਕੋਈ ਕਿੱਥੇ ਹੁੰਦਾ? ਦੁਕਾਨ ਨਹੀਂ ਹੁੰਦਾ, ਅਸੀਂ ਤਾਂ ਬਸ ਨਹੀਂ, ਜਿੱਦਾਂ ਤੁਸੀਂ ਆਏ ਕਿੱਥੋਂ, ਜਿੱਦਾਂ ਕੋਈ ਸ਼ਹਿਰ ਦੇ ਵਿੱਚ ਕੋਈ ਟਿਕਾਣਾ, ਕੋਈ ਸ਼ੌਪ? ਕੋਈ ਟਿਕਾਣਾ ਨਹੀਂ ਭਾਜੀ ਸਾਡਾ, ਬਸ ਜਾਣ ਕੇ ਪ੍ਰਵਾਸੀ ਹੋ ਹਾਂਜੀ ਤੁਸੀਂ? ਹਾਂਜੀ। ਠੀਕ ਆ ਬਾਈ, ਆਪਾਂ ਜਿਵੇਂ ਹੀ ਗੱਲ ਕੀਤੀ ਆ ਵੀ ਬੀ ਫਾਰਮਿੰਗ ਵੀ ਬੰਦਾ ਖੇਤੀ ਦੇ ਨਾਲ ਕਰ ਸਕਦਾ, ਥੋੜੀਆਂ ਕਠਿਨਾਈਆਂ ਵੀ ਆਉਂਦੀਆਂ ਨੇ। ਜਿੱਦਾਂ ਨਾਰਮਲ ਫਸਲ ਦਾ ਰੇਟ ਹੁੰਦਾ ਤੇ ਉਹਦੇ ਨਾਲ ਹੀ ਦੱਸਿਆ ਆਪਾਂ ਨੂੰ, ਕੱਲੀ ਗੱਲ ਦੱਸੀ ਆ ਵੀ ਓਕਣੇ ਹੁੰਦਾ, ਪਰ ਇਹਦੇ ਵਿੱਚ ਜਿਹੜਾ
ਟਰਾਂਸਪੋਰਟ ਦਾ ਥੋੜਾ ਖਰਚਾ ਹੁੰਦਾ, ਉਹਦੀ ਦਿੱਕਤ ਆਉਂਦੀ ਹੈ, ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਹੈ ਕੰਮ ਲਈ। ਦਿੱਕਤ ਆਉਂਦੀ ਹੈ ਬਾਜੀ, ਸਰਕਾਰ ਨੂੰ ਬੇਨਤੀ ਹੈ ਰੇਟ ਥੋੜਾ ਫਿਕਸ ਕਰੇ, ਰੇਟ ਵਧਾਵੇ, ਠੀਕ ਹੈ, ਫਿਕਸ ਰੇਟ ਹੋਵੇ, ਫਿਰ ਸਾਨੂੰ ਐਸਟੀਮੇਟ ਹੋਊਗਾ ਇੰਨੇ ਖਰਚਾ ਕਰਾਂਗੇ ਇੰਨੇ ਇਨਕਮ ਹੋਊਗਾ, ਕੋਈ ਫਿਕਸ ਹੈ ਨਹੀਂ, ਤਾਂ ਖਰਚ ਵੀ ਵੱਧ ਹੋ ਜਾਂਦੇ, ਇਨਕਮ ਨਹੀਂ ਹੁੰਦਾ, ਫਿਰ ਮਾਰ ਪੈਂਦੀ ਹੈ ਭਾਜੀ। ਤੇ ਹੁਣ ਇਹ ਵੀ ਦੱਸ ਦਿਓ ਜਿਹੜੀਆਂ ਇਹਦੀਆਂ ਆਪਾਂ ਕਲਾਸਾਂ ਨੇਗੀਆਂ ਉਹ ਕਿੱਥੇ ਲਾ ਸਕਦਾ ਬੰਦਾ? ਹਰ ਕਿਤੇ ਯੂਨੀਵਰਸਿਟੀ 'ਚ ਲਾ ਸਕਦੇ ਹਾਂ, ਲੁਧਿਆਣੇ ਵੀ ਹੈਗਾ ਯੂਨੀਵਰਸਿਟੀ, ਉੱਥੇ ਵੀ ਲਾ ਯਾਨੀ ਸਕਦੇ ਕਿ ਉੱਥੇ ਵੀ ਇਹਦੀ ਟ੍ਰੇਨਿੰਗ ਦਿੱਤੀ ਹਾਂਜੀ, ਜਾਂਦੀ ਹੈ ਹਾਂਜੀ, ਬੀ ਫਾਰਮਿੰਗ। ਹਾਂਜੀ। ਤੇ ਚਲੋ ਬਾਈ ਤੁਹਾਨੂੰ ਆਪਾਂ ਬੀ ਫਾਰਮਿੰਗ ਦਾ ਤਕਰੀਬਨ ਸਾਰਾ ਕੁਝ ਦੱਸੇ ਦਿੱਤਾ ਵੀ ਕਿਵੇਂ ਬੰਦਾ ਕਲਾਸਾਂ ਲਾ ਸਕਦਾ, ਕਿਵੇਂ ਸਟਾਰਟ ਕਰ ਸਕਦਾ, ਕਿੰਨਾ ਬੀ ਨਿਕਲਦਾ। ਬਾਕੀ ਭਾਜੀ ਤੁਸੀਂ ਟ੍ਰੇਨਿੰਗ ਲਓਗੇ ਉੱਥੇ ਨੌਲੇਜ ਨਹੀਂ ਮਿਲੂਗਾ, ਉੱਥੇ ਇੰਨਾ ਨੌਲੇਜ ਨਹੀਂ ਦਿੰਦੇ। ਇੱਥੇ ਤਾਂ ਜੇ ਮੱਖੀ ਕੋਈ ਵੀ ਮੱਖੀ ਵਾਲੀ ਕੋਲ ਰਹੂਗਾ ਸਿੱਖੂਗਾ, ਹਕੀਕਤ ਉੱਥੇ ਉਹਨੂੰ ਜ਼ਿਆਦਾ ਦੇਖਣੇ ਨੂੰ ਮਿਲਦਾ ਹੈ। ਮੀਨਸ ਵੀ ਯਾਨੀ ਕਿ ਪ੍ਰੈਕਟੀਕਲ ਕਰੇ ਤੇ ਪਤਾ ਚੱਲਦਾ। ਹਾਂਜੀ ਹਾਂਜੀ, ਪ੍ਰੈਕਟੀਕਲੀ ਮੇਨ ਬੰਦਾ ਸਿੱਖੂਗਾ ਉੱਥੇ। ਤੇ ਉੱਥੇ ਤੋਂ ਕਿਤਾਬ 'ਚ ਕਰਵਾਈ ਜੋ ਦਿਖਾਉਂਦੇ ਆ ਕਰੋ, ਇੱਥੇ ਤੋਂ ਮੰਨ ਪ੍ਰੈਕਟੀਕਲ ਜਲਦ ਸੇ ਕਰੂਗਾ ਫਿਰ। ਯਾਨੀ ਕਿ ਤੁਹਾਡਾ ਜਿਹੜਾ ਇਕੱਲਾ ਕੰਮ ਆ ਬੀ ਫਾਰਮਿੰਗ ਦੇ ਨਾਲ ਹੋਰ ਤਾਂ ਨਹੀਂ ਕੋਈ ਕੰਮ ਨਹੀਂ ਸਾਡਾ, ਇਕੱਲਾ ਬੀ ਫਾਰਮਿੰਗ ਆ। ਸਹੀ ਆ। ਤੇ ਜਿੱਦਾਂ ਹੁਣ ਦੱਸਿਆ ਵੀ ਬੀ ਫਾਰਮਿੰਗ ਦਾ ਬੰਦਾ ਕੰਮ ਤੋਰ ਸਕਦਾ, ਜੋ ਵੀ ਆਪਾਂ ਤੁਹਾਨੂੰ ਨੌਲੇਜ ਦਿੱਤੀ ਆ ਵੀ ਕੀ ਪਰੇਸ਼ਾਨੀਆਂ ਆਉਂਦੀਆਂ ਨੇ, ਤਾਂ ਆਪਾਂ ਅਗਲੀ ਵੀਡੀਓ 'ਚ ਕੋਈ ਨਵਾਂ ਮੁੱਦਾ ਲੈ ਕੇ ਆ ਰਹੇ ਹਾਂ ਵੀ ਜਿਹੜਾ ਨੌਲੇਜ ਨਾਲ ਕੰਮ ਤੋਰ ਸਕਦਾ। ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਨਵੀਂ ਵੀਡੀਓ ਨਾਲ ਬਣੇ ਰਹੋ। ਸਤਿ ਸ਼੍ਰੀ ਅਕਾਲ।